दोस्तों ਤੁਸੀਂ ਦੇਖ ਰਹੇ ਹੋ ਪੰਜਾਬ ਟ੍ਰਿਬਿਊਨ ਟੀਵੀ। मैं राजीव भास्कर और मेरे नाल जुड़े ने सीनियर पत्रकार मनप्रीत रंधावा चंडीगढ़ तो। मनप्रीत, राजनीतिक सरगर्मियां पंजाब दे विच तेज हो गई हैं। हले 7 महीने इलैक्शन दे विच बचे हुए ने। तकरीबन सारी पोलिटिकल पार्टियां अपने अपने पत्ते हौले हौले करके खोलने शुरू कर रहे हैं। इस तरह के हालात दे विच जिहड़ी पार्टी हजे तक सब तो ज़्यादा यूनाइटेड मनी जाती थी, महीने डेढ़ महीने पहले की गल करो तो कांग्रेस के बारे च कहा जाता सी कि कांग्रेस की जित 2022 ਦੇ ਵਿੱਚ ਨਿਸ਼ਚਿਤ ਹੈ, ਕਿਉਂਕਿ ਉਹਦੇ ਵਿੱਚ ਕੋਈ ਰਫੜ ਨਹੀਂ ਹੈਗਾ, ਉਹਦੇ ਵਿੱਚ ਕੋਈ ਤੋੜ-ਫਾੜ ਨਹੀਂ ਹੈਗੀ। ਹੁਣ ਆਪਾਂ ਸਿੱਧੂ ਬਨਾਮ ਕੈਪਟਨ ਦੇ ਵਿਵਾਦ ਦੇ ਮੱਦੇਨਜ਼ਰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕਾਂਗਰਸ ਨੂੰ ਕਿੱਥੇ ਦੇਖਦੇ ਆ? ਰਾਜੀਵ, ਤੁਸੀਂ ਗੱਲ ਠੀਕ ਕੀਤੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੋਲੀਟੀਕਲ ਗਤੀਵਿਧੀਆਂ ਬਹੁਤ ਤੇਜ਼ ਹੋ ਗਈਆਂ ਪੰਜਾਬ ਦੇ ਵਿੱਚ। ਔਰ ਕੱਲੇ ਪੰਜਾਬ 'ਚ ਨਹੀਂ, ਤੁਸੀਂ ਅਗਰ ਪੂਰੇ ਭਾਰਤ ਦੇ ਵਿੱਚ ਦੇਖੋ, ਖਾਸ ਤੌਰ ਤੇ ਉੱਤਰ ਪ੍ਰਦੇਸ਼ 'ਚ ਦੇਖ ਲਓ, ਉੱਤਰਾਖੰਡ ਦਾ ਹੁਣ ਉਹਨਾਂ ਨੇ ਤੀਸਰਾ ਮੁੱਖ ਮੰਤਰੀ ਲਾ ਵੀ ਦਿੱਤਾ ਫਟਾਫਟ ਬਦਲ ਕੇ, ਠੀਕ ਹੈ। ਉਧਰ ਯੂਪੀ ਦੇ ਵਿੱਚ ਯੋਗੀ ਆਦਿੱਤਿਆਨਾਥ ਨੂੰ ਲਾਉਣਾ ਕਿ ਨਹੀਂ ਲਾਉਣਾ, ਸਾਰੇ ਪਾਸੇ ਜਿਹੜੀਆਂ ਐਕਟੀਵਿਟੀਜ਼ ਹੋ ਗਈਆਂ। ਈਵਨ ਮਹਾਰਾਸ਼ਟਰ ਦੇ ਵਿੱਚ ਤੁਸੀਂ ਦੇਖੋ ਕਿ ਉੱਥੇ ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਦਾ ਦੁਬਾਰਾ ਆਪਸ ਦੇ ਵਿੱਚ ਕਹਿੰਦੇ ਮਿਲਣ ਦੇ ਜਿਹੜੇ ਕਿਆਸੇ ਆ ਉਹ ਲਾਏ ਜਾ ਰਹੇ ਨੇ। ਵੈਸਟ ਬੰਗਾਲ ਦੀ ਆਪਣੀ ਪੋਲਿਟਿਕਸ ਆ। ਸੋ ਬਿਹਾਰ ਤੁਸੀਂ ਦੇਖੋ, ਜੋ ਉੱਥੇ ਹੋ ਰਿਹਾ, ਏਦਾਂ ਲੱਗਦਾ ਕਿ ਸ਼ਾਇਦ ਨਿਤੀਸ਼ ਕੁਮਾਰ ਉਹਨਾਂ ਦੀ ਜਿਹੜੀ ਗਵਰਨਮੈਂਟ ਹੈ, ਜੇ ਇਸੇ ਤਰ੍ਹਾਂ ਰਿਹਾ ਤਾਂ ਉਹਨਾਂ ਦੀ ਗਵਰਨਮੈਂਟ ਮਿਨੋਰਿਟੀ 'ਚ ਵੀ ਆ ਸਕਦੀ ਹੈ, ਨਵੇਂ ਸਮੀਕਰਨ ਉੱਥੇ ਵੀ ਬਣ ਸਕਦੇ ਆ। ਸੋ ਮੇਰਾ ਕਹਿਣ ਦਾ ਮਤਲਬ ਕਿ ਸਾਰੇ ਪਾਸੇ ਇਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ। ਔਰ ਉਧਰ ਜੰਮੂ ਕਸ਼ਮੀਰ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ 24 ਤਰੀਕ ਨੂੰ ਤੁਹਾਨੂੰ ਪਤਾ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੋਈ ਆ, ਤੇ ਉਹ ਵੀ ਕੋਸ਼ਿਸ਼ ਕਰ ਰਹੇ ਆ ਕਿ ਸਾਰੇ ਪਾਸੇ ਅਸੀਂ ਕਿੱਧਰ ਲੈ ਕੇ ਜਾਣਾ। ਰਹਿ ਗਿਆ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਇਸ ਟਾਈਮ ਪੂਰੀ ਗਤੀਵਿਧੀਆਂ ਤੇਜ਼ ਨੇ। ਕਾਂਗਰਸ ਦੀ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਪਾਰਟੀ ਦੁਬਾਰਾ ਆ ਸਕਦੀ ਸੀ, ਬਿਲਕੁਲ ਆ ਸਕਦੀ ਸੀ ਜੇ ਆਪਣੇ ਵਾਅਦਿਆਂ ਤੇ ਪੂਰਾ ਰਹਿੰਦੀ। ਇਸੇ ਕਰਕੇ ਜਿੰਨੇ ਮੰਤਰੀ ਸੀ, ਜਿੰਨੇ ਐਮਐਲਏ ਸੀ, ਉਹਨਾਂ ਨੂੰ ਇਹ ਗੱਲ ਦਾ ਅਹਿਸਾਸ ਹੋਣ ਲੱਗ ਗਿਆ ਸੀ ਕਿ ਵਾਅਦੇ ਅਸੀਂ ਪੂਰੇ ਨਹੀਂ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਆਏ ਸੀ, ਕਿਉਂਕਿ ਤੁਹਾਨੂੰ ਯਾਦ ਹੋਣਾ 2017 ਦੇ ਵਿੱਚ ਕਾਂਗਰਸ ਦੀ ਆਉਣ ਦੀ ਕੋਈ ਉਮੀਦ ਨਹੀਂ ਸੀ। ਉਸ ਟਾਈਮ ਇੱਕ ਤਰ੍ਹਾਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਸੀ। ਤਕਰੀਬਨ ਸਾਰੇ ਸਰਵੇ ਤੁਸੀਂ ਲਾਓ, ਕੋਈ 70 ਤੋਂ ਲੈ ਕੇ, ਕੋਈ 80 ਤੋਂ ਲੈ ਕੇ 90 100 ਤੱਕ ਵੀ ਸੀਟਾਂ ਦੇ ਰਹੇ ਸੀ। ਯਾਨੀ ਕਿ ਇੱਕ ਤਰ੍ਹਾਂ ਦੀ ਹਨੇਰੀ ਚੱਲ ਰਹੀ ਸੀ। ਲੇਕਿਨ ਹੋਇਆ ਕੁਝ ਵੀ ਨਹੀਂ। ਤੁਹਾਨੂੰ ਬਾਅਦ ਚ ਪਤਾ ਲੱਗਾ ਕਾਂਗਰਸ ਜਿਹੜਾ ਆਪਣੇ ਅਖੀਰਲੇ ਟਾਈਮ ਤੇ ਆ ਕੇ ਉਭਰੀ ਆ, ਔਰ 77 ਸੀਟਾਂ ਉਹਨਾਂ ਦੇ ਹਿਸਟੋਰਿਕ ਇੱਕ ਤਰ੍ਹਾਂ ਦਾ ਮੈਂਡੇਟ ਆਇਆ। ਲੇਕਿਨ ਜਦੋਂ ਇਹ ਮੈਂਡੇਟ ਜਿਸ ਤਰ੍ਹਾਂ ਟਰਮ ਪੂਰੀ ਹੋਣ ਲੱਗੀ, ਜਿਸ ਤਰ੍ਹਾਂ 4 ਸਾਲ ਟੱਪ ਕੇ, 4.25 ਸਾਲ ਟੱਪ ਕੇ ਤੇ ਅਗਲੀ ਚੋਣਾਂ ਲਈ ਤਿਆਰੀਆਂ ਸ਼ੁਰੂ ਕਰਨ ਦੀਆਂ ਗੱਲਾਂ ਹੋਈਆਂ, ਫਿਰ ਉਹਨਾਂ ਨੂੰ ਪਤਾ ਲੱਗਾ, ਮੰਤਰੀਆਂ ਨੂੰ, ਐਮਐਲਏ ਨੂੰ, ਕਿ ਯਾਰ ਅਸੀਂ ਤਾਂ ਇਲਾਕਿਆਂ 'ਚ ਵੜਨ ਜੋਗੇ ਨਹੀਂ ਆ। ਉਤੋਂ ਤੁਹਾਨੂੰ ਪਤਾ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋ ਗਿਆ, ਉੱਥੇ ਵੀ ਉਹਨਾਂ ਦਾ ਵਿਰੋਧ ਹੋਣ ਲੱਗ ਗਿਆ। ਸੋ ਇਹ ਸਾਰੀ ਸਿਚੁਏਸ਼ਨ ਨੂੰ ਜਿਹੜਾ ਇਹ ਨਾਪਦੇ ਹੋਏ, ਤੋਲਦੇ ਹੋਏ, ਉਹਨਾਂ ਨੇ ਇਸ ਗੱਲ ਦਾ ਨਤੀਜਾ ਕੱਢਿਆ ਕਿ ਜੇ ਅਸੀਂ ਚਾਹੇ ਬੇਅਦਬੀ ਦੇ ਕੇਸ ਹੋਣ, ਚਾਹੇ ਗੋਲੀकांड ਦੇ ਕੇਸ ਹੋਣ, ਚਾਹੇ ਕੋਟਕਪੂਰਾ ਜਾਂ ਬਹਿਬਲ ਕਲਾਂ ਦਾ, ਜਾਂ ਹੋਰ ਤਮਾਮ ਮੁੱਦੇ, ਜਿਸ ਤਰ੍ਹਾਂ ਡਰੱਗ ਦਾ ਮਸਲਾ ਹੋਵੇ, ਜਿੱਥੇ ਗੁਟਕਾ ਸਾਹਿਬ ਫੜ ਕੇ ਸਹੁੰਆਂ ਖਾਧੀਆਂ ਸੀ ਕੈਪਟਨ ਅਮਰਿੰਦਰ ਸਿੰਘ ਨੇ, ਉਸ ਟਾਈਮ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਸਾਡਾ ਜਿਹੜਾ ਆਉਣ ਵਾਲਾ ਸਮਾਂ ਚੋਣਾਂ ਦਾ, ਉਹ ਸਾਡੇ ਲਈ ਵਧੀਆ ਨਹੀਂ, ਕਿਉਂਕਿ ਸਾਡੇ ਤੋਂ ਜਵਾਬ ਦੇ ਨਹੀਂ ਹੋਣੇ। ਇਸੇ ਕਰਕੇ ਇਹ ਸਾਰਾ ਕੰਮ ਆਸਾਨ ਹੋਇਆ, ਇਸੇ ਕਰਕੇ ਆਪਸ ਦੇ ਵਿੱਚ ਟਕਰਾਅ ਵਧਿਆ। ਔਰ ਅੱਜ ਦੀ ਸਥਿਤੀ ਇਹ ਹੈ ਕਿ ਜੇ ਇਸੇ ਤਰ੍ਹਾਂ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪ੍ਰਧਾਨਗੀ ਦੇ ਵਿੱਚ ਜਾਂ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਕਾਂਗਰਸ ਜਾਏਗੀ ਤਾਂ ਡੈਫੀਨੇਟਲੀ ਹਾਰੇਗੀ। ਇਹੀ ਕਾਰਨ ਆ ਕਿ ਇਹ ਜਿਹੜੀ ਸਾਰੀ ਉਥਲ-ਪੁਥਲ ਚੱਲ ਰਹੀ ਆ ਕਿ ਕਿਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਇਸ ਤਰ੍ਹਾਂ ਦੀ ਸਟ੍ਰੈਟਜੀ ਲਾ ਕੇ ਇਹਨਾਂ ਨੂੰ ਬਦਲ ਦਿਓ, ਇਹਨਾਂ ਨੂੰ ਪਾਸੇ ਕਰੋ, ਨਵੀਂ ਟੀਮ ਲੈ ਕੇ ਆਓ, ਕੈਪਟਨ ਅਮਰਿੰਦਰ ਸਿੰਘ ਦੇ ਸਿਰ ਤੇ ਠੀਕਰਾ ਸੁੱਟ ਦਿਓ, ਸਾਰਾ ਕੁਝ ਜਿਹੜਾ ਬਲੇਮ ਆ ਇਹਨਾਂ ਦੇ ਸਿਰ ਤੇ ਲਾ ਦਿਓ, ਤਾਂ ਕਿ ਜਿਹੜੀ ਨਵੀਂ ਲੀਡਰਸ਼ਿਪ ਕਹਿ ਸਕੇ ਕਿ ਜੋ ਉਹਨਾਂ ਤੋਂ ਨਹੀਂ ਪੂਰਾ ਹੋਇਆ ਅਸੀਂ ਪੂਰਾ ਕਰਾਂਗੇ। ਨਹੀਂ, ਗੱਲ ਤੁਸੀਂ ਜਿਹੜੀ ਬਲੇਮ ਦੀ ਕਹਿ ਰਹੇ ਹੋ ਕਿ ਕੈਪਟਨ ਸਾਹਿਬ ਦੇ ਉੱਤੇ ਬਲੇਮ ਸੁੱਟ ਦਿਓ, ਏਦਾਂ ਲੱਗਦਾ ਹੈ ਕਿ ਕੈਪਟਨ ਸਾਹਿਬ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਤਿਆਰੀ ਹੈ। ਲੇਕਿਨ ਦੂਜੇ ਪਾਸੇ ਕੈਪਟਨ ਸਾਹਿਬ ਨੇ ਵੀ ਕੋਈ ਏਦਾਂ ਦਾ ਕੰਮ ਨਹੀਂ ਕੀਤਾ 4.5 ਸਾਲ ਦੇ ਵਿੱਚ ਕਿ ਉਹਨਾਂ ਨੂੰ ਬਹੁਤਾ ਕੋਈ ਪ੍ਰੋਜੈਕਸ਼ਨ ਜਾਂ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਅਗਰ 2022 ਦੀ ਚੋਣਾਂ ਲੜੀ ਜਾਂਦੀ ਹੈ ਤੇ ਕਾਂਗਰਸ ਬਹਿਜਾ ਕਰਾ ਦੇਗੀ, ਏਦਾਂ ਦੀ ਗੱਲ ਲੱਗਦੀ ਤੇ ਨਹੀਂ ਹੈ। ਪਰ ਇਹ ਜਿਹੜੀ ਸਿੱਧੂ ਬਨਾਮ ਕੈਪਟਨ, ਇਹ ਲੜਾਈ ਜਿਹੜੀ ਪਿਛਲੇ 1.5-2 ਮਹੀਨੇ ਤੋਂ ਚੱਲ ਰਹੀ ਹੈ, ਹਾਲਾਂਕਿ ਸ਼ੁਰੂ ਤੇ 2019 ਦੀ ਲੋਕ ਸਭਾ ਚੋਣਾਂ ਦੇ ਵਿੱਚ ਹੀ ਹੋ ਗਈ ਸੀਗੀ, ਪਰ ਪਿੱਛੇ ਕਾਫੀ ਸ਼ਾਂਤੀ ਤੋਂ ਬਾਅਦ ਜਿਹੜਾ ਤੂਫਾਨ 1 ਮਹੀਨੇ ਦੇ ਵਿੱਚ ਕਾਂਗਰਸ ਦੇ ਵਿੱਚ ਚੱਲ ਰਿਹਾ, ਹਜੇ ਵੀ ਚੱਲ ਰਿਹਾ, ਇਹਦਾ ਕਿੰਨਾ ਕੁ ਇੰਪੈਕਟ ਪਏਗਾ 2022 ਦੀ ਕਾਂਗਰਸ ਦੀ ਪੋਲਿਟਿਕਸ ਦੇ ਉੱਤੇ? ਦੇਖੋ ਰਾਜੀਵ, ਮੈਂ ਤੁਹਾਨੂੰ ਇੱਕ ਗੱਲ ਦੱਸਾਂ,
2017 ਤੱਕ ਵੀ ਕੈਪਟਨ ਅਮਰਿੰਦਰ ਸਿੰਘ ਵਾਸ ਆਲਰੇਡੀ ਅ ਸਪੈਂਟ ਫੋਰਸ, ਉਦੋਂ ਤੱਕ ਉਹ ਬੀਤ ਚੁੱਕੇ ਸੀ। ਇਹ ਤਾਂ ਉਸ ਟਾਈਮ ਕਿਸੇ ਵੀ ਪਾਰਟੀ ਵੱਲ, ਜਿਹੜੀ ਅਕਾਲੀ ਦਲ ਸੀ, ਸ਼੍ਰੋਮਣੀ ਅਕਾਲੀ ਦਲ ਵਾਸ ਐਟ ਦ ਲੋਅਸਟ ਸਟੈਪ। ਇੰਨੀ ਮਾੜੀ ਹਾਲਤ ਉਹਨਾਂ ਦੀ ਨਹੀਂ ਸੀ ਕਿਸੇ ਵਕਤ ਹੋਈ, ਕਿਉਂਕਿ ਬੇਅਦਬੀ ਦੇ ਮਾਮਲੇ ਉਸੇ ਤਰ੍ਹਾਂ ਪੈਂਡਿੰਗ ਪਏ ਸੀ। ਇਸ ਤੋਂ ਇਲਾਵਾ ਤੁਸੀਂ ਦੇਖੋ, ਜਿਹੜੇ ਜਿਹੜਾ ਕਾਂਡ ਹੋਇਆ ਕੋਟਕਪੂਰਾ ਦਾ, ਬਹਿਬਲ ਕਲਾਂ ਦਾ, ਉਸ ਦੇ ਜਿਹੜੇ ਮੁਲਜ਼ਮ ਸੀ ਜਾਂ ਉਹਨਾਂ ਦੇ ਦੋਸ਼ੀ ਸੀ, ਉਹ ਨਹੀਂ ਸੀ ਫੜ ਹੋ ਰਹੇ, ਇਨਕੁਆਇਰੀ ਕੋਈ ਹੋਰ ਨਹੀਂ ਸੀ ਰਹੀ, ਡਰੱਗਸ ਦਾ ਮਸਲਾ ਸੀ, ਬੇਰੁਜ਼ਗਾਰੀ। ਸੋ ਤਮਾਮ ਇਸ ਤਰ੍ਹਾਂ ਦੇ ਇਸ਼ੂਜ਼ ਜਿਹੜੇ ਬਣ ਗਏ ਸੀ, ਜਿਸ ਕਰਕੇ ਉਸ ਸਰਕਾਰ ਨੂੰ, ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਨੂੰ, ਬਹੁਤ ਜ਼ਿਆਦਾ ਅਨਪੋਪੂਲਰ ਲੋਕਾਂ ਦੇ ਵਿੱਚ ਕਰਤਾ ਸੀ। ਲੇਕਿਨ ਦੂਸਰੇ ਪਾਸੇ ਤੁਸੀਂ ਯਾਦ ਕਰੋ ਹੁਣ ਚੰਗੀ ਤਰ੍ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਬਹੁਤਾ ਜ਼ਿਆਦਾ ਲੱਗ ਨਹੀਂ ਸੀ ਰਿਹਾ, ਲੇਕਿਨ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਇਸ ਤਰ੍ਹਾਂ ਦੀ ਸੀ, ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਖਰਾਬ ਸੀ, ਜਿਸ ਕਰਕੇ ਆਪਾਂ ਇਹ ਕਹਿ ਸਕਦੇ ਸੀ ਕਿ ਜਿਹੜੀ ਉਹਨਾਂ ਦੀ ਹਵਾ ਬਣੀ ਸੀ, ਉਸ ਹਵਾ ਨੂੰ ਉਹ ਦੁਬਾਰਾ ਕੈਸ਼ ਕਰਨ ਦੇ ਵਿੱਚ ਬਿਲਕੁਲ ਨਾਕਾਮਯਾਬ ਰਹੇ। ਜਦੋਂ ਕੈਸ਼ ਕਰਨ ਦੇ ਵਿੱਚ ਕਾਮਯਾਬ ਰਹੇ, ਇਸੇ ਕਰਕੇ ਉਹਨਾਂ ਦੀਆਂ ਕੇਵਲ 20 ਸੀਟਾਂ ਆਈਆਂ, 20 ਸੀਟਾਂ ਤੇ ਉਹ ਸਿਮਟ ਕੇ ਰਹਿ ਗਈ। ਪਰ ਕਿਉਂਕਿ ਆਮ ਆਦਮੀ ਪਾਰਟੀ ਨੇ ਪਹਿਲੀ ਵਾਰੀ ਚੋਣ ਲੜੀ ਸੀ, ਤਾਂ ਵੀ ਲੋਕਾਂ ਨੇ ਕਿਹਾ ਕਿ ਜੇ ਇਹ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਬਣੀ ਹੈ ਤੇ ਇਹ ਕੋਈ ਮਾੜੀ ਗੱਲ ਨਹੀਂ ਆ, ਇਹਨੂੰ ਇੱਕ ਪੋਜ਼ਿਟਿਵ ਰੂਪ ਦੇ ਵਿੱਚ ਦੇਖਣਾ ਚਾਹੀਦਾ। ਸੋ ਵਾਪਸ ਆਉਂਦੇ ਆਪਾਂ ਕਾਂਗਰਸ ਤੇ। ਕਾਂਗਰਸ ਆਈ, ਇੰਨੀ ਵੱਡਾ ਬਹੁਮਤ ਲਿਆ, ਲੇਕਿਨ ਕਾਂਗਰਸ ਨੇ ਆਪਣੇ ਵਾਅਦੇ ਨਾ ਪੂਰੇ ਕਰਕੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਸਟਾਈਲ, ਜਿਹੜੀ ਸ਼ੈਲੀ ਕੰਮ ਕਰਨ ਦੀ, ਸਿਰਫ ਬਿਊਰੋਕ੍ਰੇਸੀ ਦੇ ਥਰੂ ਕੰਮ ਕਰਨਾ, ਆਪਣੇ ਐਮਐਲਏਜ਼ ਨੂੰ, ਆਪਣੇ ਮਿਨਿਸਟਰਸ ਨੂੰ ਉਸ ਤਰ੍ਹਾਂ ਦੀ ਇੰਪੋਰਟੈਂਸ ਨਾ ਦੇਣੀ, ਉਸ ਤਰ੍ਹਾਂ ਦੀ ਤਰਜੀਹ ਨਾ ਦੇਣੀ, ਤੇ ਜੇ ਕੋਈ ਸਵਾਲ ਪੁੱਛੇ ਨਵਜੋਤ ਸਿੰਘ ਸਿੱਧੂ ਵਰਗਾ, ਉਹਦਾ ਜਿਹੜਾ ਹੈਗਾ ਵਿਭਾਗ ਚੇਂਜ ਕਰ ਦੋ, ਉਹਦਾ ਪੋਰਟਫੋਲੀਓ ਚੇਂਜ ਕਰ ਦੋ। ਤੁਸੀਂ ਦੱਸੋ, ਕਈ ਵਾਰੀ ਲੋਕੀ ਕਹਿੰਦੇ ਨੇ ਕਿ ਦੇਖੋ ਜੀ ਹੁਣ ਪਾਵਰਕਾਮ ਦੀਆਂ ਬੜੀਆਂ ਗੱਲਾਂ ਹੋ ਰਹੀਆਂ, ਪਾਵਰਕਾਮ ਤਾਂ ਨਵਜੋਤ ਸਿੰਘ ਸਿੱਧੂ ਨੂੰ ਮਿਲ ਰਿਹਾ ਸੀ, ਤੇ ਜੇ ਕੁਝ ਕਰਦੇ ਤੇ ਹੋ ਸਕਦਾ ਇਹ ਚ ਕੋਈ ਬਦਲਾਅ ਹੀ ਲਿਆ ਦਿੰਦੇ, ਕੋਈ ਤਬਦੀਲੀ ਲਿਆ ਦਿੰਦੇ। ਪਰ ਕੀ ਤੁਹਾਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਹੁੰਦੇ, ਉਹਨਾਂ ਨੇ ਕਿਸ ਤਰ੍ਹਾਂ ਦਾ ਕੰਮ ਕਰਨ ਦੇਣਾ ਸੀ? ਇਹ ਕਿਆਸੇ ਆ ਸਿਰਫ, ਕਿਉਂਕਿ ਕੰਮ ਤਾਂ ਜੇ ਉਹ ਕਰਨ ਦੇਣਾ ਚਾਹੁੰਦੇ ਹੁੰਦੇ ਤਾਂ ਨਹੀਂ, ਉਹ ਉਦੋਂ ਕੰਮ ਤੇ ਉਹ ਲੋਕਲ ਬੋਡੀਜ਼ ਮਿਨਿਸਟਰੀ ਦੇ ਵਿੱਚ ਵੀ ਕਰਨਾ ਚਾਹੁੰਦੇ ਸੀਗੇ। ਤੁਹਾਨੂੰ ਯਾਦ ਹੋਏਗਾ ਉਹ ਚ ਵੀ ਐਡਵਰਟੀਜ਼ਮੈਂਟ ਕਰ ਸਕੇ। ਪਾਲਿਸੀ ਉਹਨਾਂ ਨੇ ਬਣਾਈ ਸੀਗੀ, ਪਰ ਉਹ ਸਿਸਟਮ ਨੇ ਨਾ ਕਰਤੀ। ਯਾਨੀ ਸਿਸਟਮ ਉਹਨਾਂ ਕਹਿੰਦੇ ਵੀ ਨਹੀਂ ਹੋ ਸਕਦਾ, ਜਿਹੜਾ ਸਿਸਟਮ ਸਿੱਧੂ ਕੌਣ ਉਹਨਾਂ ਆ? ਨੇ ਆਪਣੀ ਸਿਸਟਮ ਕੌਣ ਆ? ਸਿਸਟਮ ਤੁਹਾਨੂੰ ਵੀ ਪਤਾ ਹੈ, ਸਿਸਟਮ ਕੌਣ ਹੈ ਅਮਰਿੰਦਰ ਸਾਰਿਆਂ ਸਿੰਘ, ਨੂੰ ਪਤਾ ਹੈ ਹੁਣ ਤੇ। ਕੈਪਟਨ ਅਮਰਿੰਦਰ ਸਿੰਘ ਇਜ਼ ਹਾਂਜੀ, ਦੀ ਸਿਸਟਮ। ਤਾਂ ਸਿਸਟਮ ਉਹਨਾਂ ਨੇ ਨਹੀਂ ਹੋਣ ਦਿੱਤਾ। ਪਰ ਅੱਜ ਜਿਸ ਤਰੀਕੇ ਦੇ ਹਾਲਾਤ ਕਾਂਗਰਸ ਦੇ ਹੈਗੇ ਆ, ਰੋਜ਼ ਖਬਰਾਂ ਆਉਂਦੀਆਂ ਕਿ ਵੀ ਸਿੱਧੂ ਉਹਨਾਂ ਨੂੰ ਪੀਪੀਸੀਸੀ ਪ੍ਰਧਾਨ ਲਾਇਆ ਜਾ ਰਿਹਾ ਹੈ, ਸਿੱਧੂ ਉਹਨਾਂ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਲਾਇਆ ਜਾ ਰਿਹਾ ਹੈ, ਸਿੱਧੂ ਉਹਨਾਂ ਦੇ ਜਿਹੜਾ ਏਜੰਡਾ ਸੈੱਟ ਕੀਤਾ ਸੀ, ਉਹ ਏਜੰਡਾ ਕੈਪਟਨ ਸਾਹਿਬ ਨੂੰ ਦੇ ਦਿੱਤਾ ਗਿਆ, ਔਰ ਉਸ ਏਜੰਡੇ ਤੇ ਕੈਪਟਨ ਸਾਹਿਬ ਕੰਮ ਕਰ ਰਹੇ ਨੇ। ਜੋ ਉਹ ਏਜੰਡਾ ਕੈਪਟਨ ਸਾਹਿਬ ਪੂਰਾ ਕਰਦੇ ਨੇ, ਤੇ ਫਿਰ ਸਿੱਧੂ ਉਹਨਾਂ ਵੀ ਉਹਨਾਂ ਦੇ ਨਾਲ ਚੱਲਣ ਵਾਸਤੇ ਤਿਆਰ ਹੋ ਸਕਦੇ ਨੇ। ਇਹ ਸਾਰੀ ਗੱਲਾਂ ਦੇ ਵਿੱਚ ਕਾਂਗਰਸ 2022 ਤੋਂ ਪਹਿਲੇ ਜਾਂ 2022 ਦੇ ਇਲੈਕਸ਼ਨ ਦੇ ਵਿੱਚ ਯੂਨਾਈਟਿਡ ਨਜ਼ਰ ਆਏਗੀ? ਦੇਖੋ, ਇਸ ਟਾਈਮ ਲੱਗ ਨਹੀਂ ਰਿਹਾ। ਦੇਖੋ, ਮੈਂ ਇੱਕ ਹੋਰ ਕਿਤੇ ਬੋਲ ਰਿਹਾ ਸੀ, ਕਿਸੇ ਹੋਰ ਪਲੇਟਫਾਰਮ ਤੇ, ਉੱਥੇ ਵੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਜਿਹੜੇ ਹਾਲਾਤ ਇਸ ਤਰ੍ਹਾਂ ਦੇ ਚੱਲ ਰਹੇ ਨੇ, ਜੇ ਕਿਸੇ ਹਾਈ ਕਮਾਂਡ ਨੇ ਜਿਸ ਵੀ ਵਿਅਕਤੀ ਨੂੰ ਥਾਪਤਾ, ਜਿਸ ਵੀ ਵਿਅਕਤੀ ਨੂੰ ਨਿਯੁਕਤ ਕਰਤਾ, ਉਹਦੀ ਅਪਾਇੰਟਮੈਂਟ ਕਰਤੀ, ਤੇ ਸਾਰੀ ਪਾਰਟੀ ਨੂੰ, ਜਿੰਨਾ ਵੀ ਐਮਐਲਏਜ਼ ਨੇ ਜਾਂ ਮੰਤਰੀਆਂ ਨੇ ਚੋਣਾਂ ਲੜਨੀਆਂ ਨੇ, ਉਹਨਾਂ ਨੂੰ ਡਿਸਿਪਲਿਨ ਦੇ ਵਿੱਚ ਰਹਿ ਕੇ, ਅਨੁਸ਼ਾਸਨ ਦੇ ਵਿੱਚ ਰਹਿ ਕੇ ਉਹ ਗੱਲ ਮੰਨਣੀ ਪੈਣੀ ਆ। ਇਸ ਟਾਈਮ ਹਰ ਕੋਈ ਆਪਣਾ ਰਾਗ, ਆਪਣੀ ਡਫਲੀ ਵਜਾ ਰਿਹਾ, ਲੇਕਿਨ ਜਦੋਂ ਇੱਕ ਹੁਕਮ ਹੋ ਗਿਆ ਜਾਂ ਇੱਕ ਆਦੇਸ਼ ਹੋ ਗਿਆ ਜਾਂ ਇਸ ਤਰ੍ਹਾਂ ਦਾ ਉਹਨਾਂ ਦਾ ਫੈਸਲਾ ਹੋ ਗਿਆ, ਸਾਰਿਆਂ ਨੂੰ ਮੰਨਣਾ ਪੈਣਾ, ਕਿਉਂਕਿ ਫਿਰ ਉਹਨਾਂ ਨੇ ਕਹਿ ਦੇਣਾ ਕਿ ਉਸ ਤੋਂ ਬਾਅਦ ਇਨਡਿਸਿਪਲਿਨ ਦੀਆਂ ਗੱਲਾਂ ਸ਼ੁਰੂ ਹੋਣੀਆਂ। ਕਿਉਂਕਿ ਨਵਜੋਤ ਸਿੰਘ ਸਿੱਧੂ ਜੋ ਇਸ ਟਾਈਮ ਕਹਿ ਰਹੇ ਆ, ਉਹ ਪਾਰਟੀ ਹਾਈ ਕਮਾਂਡ ਨੂੰ ਵੀ ਪਤਾ, ਜੇ ਪ੍ਰਿਯੰਕਾ ਗਾਂਧੀ ਉਹਨਾਂ ਦਾ ਸਾਥ ਦੇ ਰਹੀ ਆ ਜਾਂ ਰਾਹੁਲ ਗਾਂਧੀ ਉਹਨਾਂ ਦਾ ਸਾਥ ਦੇ ਰਹੇ ਨੇ, ਤਾਂ ਉਹਨਾਂ ਨੂੰ ਪਤਾ ਉਹ ਠੀਕ ਕਹਿ ਰਹੇ ਨੇ। ਤੁਸੀਂ 18/29 ਪ੍ਰੋਗਰਾਮ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ, ਉਹ ਚੱਕ ਕੇ ਦੇਖ ਲਓ, ਉਹੀ ਤਾਂ ਮੁੱਦੇ ਆ ਜਿਹੜੇ ਨਵਜੋਤ ਸਿੰਘ ਸਿੱਧੂ ਕਹਿੰਦੇ ਆ ਵੀ ਇਹ ਇਹਨਾਂ ਨੇ ਪੂਰੇ ਨਹੀਂ ਕੀਤੇ। ਉਹ ਕੋਈ ਨਵੀਂ ਗੱਲ ਤਾਂ ਕਹਿ ਨਹੀਂ ਰਹੇ। ਸੋ ਇਸ ਕਰਕੇ ਇਹ ਕਹਿਣਾ ਕਿ ਕਿਸੇ ਵਿਅਕਤੀ ਨੂੰ ਲਾ ਦੇਣ, ਜਿੰਨਾ ਚਿਕਰ ਇੱਕ ਹਾਈ ਕਮਾਂਡ ਜਿਹੜੀ ਆ, ਹਾਈ ਕਮਾਂਡ ਆ, ਇੱਕ ਡਿਸਾਈਸਿਵ ਡਿਸੀਜਨ ਨਹੀਂ ਲੈਂਦੀ, ਇੱਕ ਤਰ੍ਹਾਂ ਦਾ ਫੈਸਲਾ ਨਹੀਂ ਕਰਦੀ, ਔਰ ਜਦੋਂ ਉਹ ਫੈਸਲਾ ਕਰ ਲਊਗੀ, ਫਿਰ ਆਪਾਂ ਨੂੰ ਦੇਖਣਾ ਪਊਗਾ। ਕਿਉਂਕਿ ਜਿਹੜੇ 7-8 ਮਹੀਨੇ ਹੁੰਦੇ ਆ ਪੋਲਿਟਿਕਸ ਦੇ ਵਿੱਚ, ਇਹ ਰਾਜੀਵ ਜੀ ਬਹੁਤ ਲੰਬਾ ਸਮਾਂ ਹੁੰਦਾ। ਉਸ ਟਾਈਮ ਤੱਕ ਕੀ ਹੋਣਾ? ਵੈਸੇ ਮੈਂ ਦੱਸਦਾ ਕਿ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਤਰ੍ਹਾਂ ਦਾ ਉਭਾਰ ਹੋਣਾ ਚਾਹੀਦਾ ਸੀ, ਜਾਂ ਜਿਸ ਤਰ੍ਹਾਂ ਹੁਣ ਦੇਖੋ 5 ਸਾਲਾਂ ਬਾਅਦ ਜਿਸ ਤਰ੍ਹਾਂ ਦੀ ਉਹਨਾਂ ਨੂੰ ਸਪੋਰਟ ਮਿਲਣੀ ਚਾਹੀਦੀ ਸੀ, ਉਹ ਮਿਲ ਨਹੀਂ ਰਹੀ। ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਦਾ ਨਾਤਾ ਟੁੱਟ ਗਿਆ, ਜਿਹੜਾ ਇੰਨੀ ਦੇਰ ਤੋਂ ਉਹਨਾਂ ਦਾ ਗੱਠਜੋੜ ਸੀ, ਉਹ ਟੁੱਟ ਗਿਆ। ਭਾਰਤੀ ਜਨਤਾ ਪਾਰਟੀ ਇਸ ਟਾਈਮ, ਅੱਜ ਦੀ ਤਰੀਕ ਦੇ ਵਿੱਚ, ਇੱਕ ਵੀ ਆਪਣਾ ਐਮਐਲਏ ਪੰਜਾਬ ਚੋਂ ਜਿਤਾ ਨਹੀਂ ਸਕਦੀ। ਆਮ ਆਦਮੀ ਪਾਰਟੀ ਤੁਹਾਨੂੰ ਪਤਾ ਖਿਲਰੀ ਪਈ ਆ। ਸਾਰੀ ਪਾਰਟੀਆਂ ਦੇ ਹਾਲ। ਬਹੁਜਨ ਸਮਾਜ ਪਾਰਟੀ ਨੇ ਆਪਣਾ ਗਠਬੰਧਨ ਕੀਤਾ, ਗੱਠਜੋੜ ਕੀਤਾ,
ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਲੇਕਿਨ ਬਹੁਜਨ ਸਮਾਜ ਪਾਰਟੀ ਨੇ ਜਿਹੜੀਆਂ 20 ਸੀਟਾਂ ਲਿੱਤੀਆਂ, ਲੱਗਦਾ ਹੀ ਨਹੀਂ ਕਿ ਉਹਨਾਂ ਚੋਂ ਕਿਹੜੀ ਸੀਟ ਉਹ ਜਿੱਤੇਗੀ, ਕਿਉਂਕਿ ਬਾਕੀਆਂ ਨੇ ਵੀ ਕੈਂਡੀਡੇਟ ਦੇਣੇ ਆ ਉੱਤੇ। ਸੋ ਮੇਰਾ ਪਰ ਕਹਿਣ ਦਾ ਮਤਲਬ ਬਹੁਜਨ ਸਮਾਜ ਪਾਰਟੀ ਵੀ ਟੁੱਟਣ ਦੀ ਕਗਾਰ ਤੇ ਖੜੀ ਹੈ। ਸਾਡੇ ਸੂਤਰ ਇਹ ਦੱਸਦੇ ਨੇ ਕਿ ਉਹਨਾਂ ਦੇ ਜਿਹੜੇ ਪੁਰਾਣੇ ਪ੍ਰਧਾਨ ਹੁੰਦੇ ਸੀ ਰਛਪਾਲ ਸਿੰਘ ਰਾਜੂ, ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ। ਕੱਢਣ ਦੀ ਵਜ੍ਹਾ ਇਹ ਸੀਗੀ ਕਿ ਉਹਨਾਂ ਨੇ ਪਾਰਟੀ ਤੋਂ ਸਵਾਲ ਕੀਤਾ ਕਿ ਜਿਹੜੀ 20 ਸੀਟਾਂ ਅਸੀਂ ਅਲਾਇੰਸ ਦੇ ਅੰਡਰ ਲਈਆਂ, ਉਹਨਾਂ ਵਿੱਚੋਂ ਬਹੁਤ ਸਾਰੀ ਸੀਟਾਂ ਇੱਦਾਂ ਦੀ ਹੈਗੀ ਜਿਹਦੇ ਵਿੱਚ ਬੀਐਸਪੀ ਦਾ ਕੋਈ ਆਧਾਰ ਹੀ ਨਹੀਂ ਹੈਗਾ। ਔਰ ਖਾਸ ਕਰਕੇ 12 ਉਹ ਸੀਟਾਂ ਜੋ ਬੀਜੇਪੀ ਲੜਦੀ ਹੁੰਦੀ ਸੀਗੀ, ਸ਼ਹਿਰੀ ਸੀਟ ਸੀਗੀ, ਔਰ ਹੁਣ ਉਹ ਬੀਐਸਪੀ ਦੇ ਖਾਤੇ ਵਿੱਚ ਪਹੁੰਚਦੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਤੁਸੀਂ ਗੱਲ ਕੀਤੀ। ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਸੜਕਾਂ ਤੇ ਜਾ ਕੇ, ਖੱਡਾਂ 'ਚ ਰੇਡ ਪਾ ਕੇ ਇੱਕ ਆਪਣਾ ਪਾਰਟੀ ਦੇ ਪੱਖ 'ਚ ਮਾਹੌਲ ਬਣਾਉਣ ਦੀ ਤਾਂ ਕੋਸ਼ਿਸ਼ ਕੀਤੀ ਹੈ। ਪਰ ਸਵਾਲ ਤੇ ਇਹ ਖੜਾ ਹੁੰਦਾ ਹੈ ਮਨਪ੍ਰੀਤ ਜੀ, 2017 ਦੇ ਵਿੱਚ ਜਿਹੜੇ ਇਸ਼ੂਜ਼ ਕਾਂਗਰਸ ਨੇ ਚੱਕੇ ਸੀਗੇ, ਆਮ ਆਦਮੀ ਪਾਰਟੀ ਨੇ ਚੱਕੇ ਸੀਗੇ, ਔਰ ਜਿਹਦੇ ਕਰਕੇ ਲੋਕਾਂ ਨੂੰ ਅਕਾਲੀ ਦਲ ਤੋਂ ਨਫ਼ਰਤ ਹੋਈ ਜਾਂ ਅਕਾਲੀ ਦਲ ਨੂੰ ਉਹਨਾਂ ਨੇ ਹਰਾਇਆ, ਉਹੀ ਸਾਰੇ ਮੁੱਦੇ ਹੁਣ ਅਕਾਲੀ ਦਲ ਕਾਂਗਰਸ ਦੇ ਖਿਲਾਫ ਚੱਕ ਰਿਹਾ। ਭਾਵੇਂ ਉਹ ਮਾਈਨਿੰਗ, ਇਲੀਗਲ ਮਾਈਨਿੰਗ ਦਾ ਮੁੱਦਾ ਹੋਏ, ਭਾਵੇਂ ਬਿਜਲੀ ਦੀ ਘਾਟ ਹੋਏ, ਜਾਂ ਫਿਰ ਡਰੱਗ ਦਾ ਇਸ਼ੂ, ਹਾਲਾਂਕਿ ਕਿ ਬੇਅਦਬੀ ਦੇ ਮੁੱਦੇ ਦੇ ਉੱਤੇ ਵੀ ਹੁਣ ਅਕਾਲੀ ਓਫੈਂਸਿਵ ਦੀ ਬਜਾਏ ਡਿਫੈਂਸਿਵ ਦੀ ਬਜਾਏ ਓਫੈਂਸਿਵ ਨਜ਼ਰ ਆਉਂਦੇ ਨੇ। ਇਹ ਹਾਲਾਤ ਕਿੱਦਾਂ ਚੇਂਜ ਹੋ ਗਏ? ਜਿਹੜੇ ਇਸ਼ੂ ਕਦੀ ਉਹਨਾਂ ਦੇ ਹੁੰਦੇ ਸੀ ਉਹ ਇਹਨਾਂ ਦੇ ਹੈਗੇ ਆ। ਯਾਨੀ ਇਸ਼ੂ ਹੀ ਚੇਂਜ ਹੋਏ ਨੇ, ਪਾਰਟੀਆਂ ਦੇ ਪਲੇਟਫਾਰਮ ਹੀ ਚੇਂਜ ਹੋਏ ਨੇ, ਪਰ ਉਹਨਾਂ ਇਸ਼ੂਜ਼ ਦੇ ਉੱਤੇ ਅੱਜ ਕਾਂਗਰਸ ਘਿਰਦੀ ਨਜ਼ਰ ਆ ਰਹੀ ਹੈ। ਇਹਦੇ ਵਾਸਤੇ ਕੌਣ ਰਿਸਪੌਂਸੀਬਲ ਹੈ? ਕੋਈ ਇਸ਼ੂ ਨਹੀਂ ਬਦਲੇ ਜੀ। ਇਹ ਜਿਹੜੇ ਲੋਕ ਆ ਨਾ, ਇਹ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਹੋਣ, ਚਾਹੇ ਕਾਂਗਰਸ ਦੇ ਹੋਣ, ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ। ਔਰ ਲੋਕ, ਮੈਨੂੰ ਲੱਗਦਾ, ਸਿਆਣੇ ਹੁੰਦੇ ਆ, ਲੋਕ ਸਮਝਦਾਰ ਹੁੰਦੇ ਆ। ਇਹੀ ਜਿਹੜੇ ਸੁਖਬੀਰ ਸਿੰਘ ਬਾਦਲ ਕਦੇ ਆਪਣੇ ਵਾਰੀ, ਆਪਣੇ 10 ਸਾਲਾਂ ਦੇ ਰਾਜ 'ਚ ਕਦੇ ਮੀਡੀਆ ਨੂੰ ਲੈ ਕੇ ਗਏ ਕਿ ਇੱਥੇ ਰੇਤਾ ਬਜਰੀ ਇੱਥੋਂ ਨਿਕਲਦਾ? ਕਦੇ ਨਹੀਂ ਲੈ ਕੇ ਗਏ। ਕਦੇ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਸੈਟਅਪ ਕੀਤਾ, ਕੋਈ ਇਨਕੁਆਇਰੀ ਸੈਟਅਪ ਕੀਤੀ? ਕਦੇ ਨਹੀਂ ਕੀਤੀ। ਅੱਜ ਪਾਵਰ ਪਰਚੇਜ਼ ਐਗਰੀਮੈਂਟਸ ਦੀ ਉਹ ਗੱਲ ਕਰਦੇ ਆ ਵੀ ਤੁਸੀਂ 4.5 ਸਾਲ ਬਾਅਦ ਤਾਂ ਹੋ ਗਏ ਆ, ਇਹਨਾਂ ਨੂੰ ਕੈਂਸਲ ਨਹੀਂ ਕੀਤਾ, ਇਹਨਾਂ ਨੂੰ ਰੱਦ ਨਹੀਂ ਕੀਤਾ। ਇਹਨਾਂ ਨੇ ਇਸ ਤਰ੍ਹਾਂ ਦੇ ਪਾਵਰ ਪਰਚੇਜ਼ ਜਿਹੜੇ ਪਰਚੇਜ਼ ਐਗਰੀਮੈਂਟਸ ਆ, ਉਹ ਕੀਤੇ ਕਿਉਂ ਆ? ਸੰਨ 2012 ਦੇ ਹੋਏ ਆ, ਸੰਨ 2008 ਦੇ ਹੋਏ ਆ। ਇਹਨਾਂ ਦੀ ਸਰਕਾਰ ਸੀ ਉਦੋਂ, ਔਰ ਉਹਦੇ ਵਿੱਚ ਇਸ ਤਰ੍ਹਾਂ ਦੇ ਇਨਐਕਸਪਲੀਕੇਬਲ ਚੇਂਜਸ, ਜਿਸ ਤਰ੍ਹਾਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਇੱਕ ਮੀਟਿੰਗ ਕੀਤੀ, ਬੈਠਕ ਕੀਤੀ, ਉਹ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਇਹਨਾਂ ਦੇ ਵਿੱਚ ਕੀ ਲਿਖਿਆ, ਹਜੇ ਉਹਨਾਂ ਨੂੰ ਸਮਝਣਾ ਹੈਗਾ। ਮੇਰਾ ਕਹਿਣ ਦਾ ਮਤਲਬ ਕਿ ਕਿਹਨੂੰ ਬੇਵਕੂਫ ਬਣਾ ਰਿਹਾ ਇਹ? ਜਾਂ ਤਾਂ ਇਹ ਸੋਚਦੇ ਆ ਕਿ ਲੋਕ ਇੰਨੇ ਬੇਵਕੂਫ ਹੈ, ਇੰਨੀ ਜਲਦੀ ਭੁੱਲ ਜਾਣਗੇ। ਲੋਕ ਨਹੀਂ ਭੁੱਲਦੇ। ਇਹ ਜਿਹੜੀਆਂ ਚੀਜ਼ਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਕਰਨ, ਤੇ ਚਾਹੇ ਉਹ ਸੁਖਬੀਰ ਸਿੰਘ ਬਾਦਲ ਕਰਨ, ਤੇ ਚਾਹੇ ਜਿਸ ਤਰ੍ਹਾਂ ਦਾ ਮੀਡੀਆ, ਤੁਸੀਂ ਦੇਖੋ ਮੀਡੀਆ ਕਿੰਨੀ ਤਰ੍ਹਾਂ ਇਹਨਾਂ ਨੂੰ ਕੁਐਸਚਨ ਕਰ ਸਕਦਾ। ਔਰ ਮੈਨੂੰ ਲੱਗਦਾ ਪੰਜਾਬ ਦਾ ਮੀਡੀਆ ਵੀ ਕਿਤੇ ਨਾ ਕਿਤੇ ਆਪਣਾ ਰੋਲ ਚੰਗੀ ਤਰ੍ਹਾਂ ਨਹੀਂ ਨਿਭਾ ਰਿਹਾ। ਜੇ ਗੋਦੀ ਮੀਡੀਆ ਨੈਸ਼ਨਲ ਲੈਵਲ ਤੇ ਬੈਠਾ, ਤੇ ਗੋਦੀ ਮੀਡੀਆ ਪੰਜਾਬ 'ਚ ਵੀ ਬੈਠਾ। ਇਹ ਸਾਰੇ ਕਿਤੇ ਮੀਡੀਆ ਦਾ ਭਾਰਤ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਆ ਕਿਉਂਕਿ ਹਜੇ ਤੱਕ ਇਹਨਾਂ ਨੂੰ ਅਕਾਊਂਟੇਬਲ ਤਾਂ ਮੀਡੀਆ ਨੇ ਠਹਿਰਾਉਣਾ ਸੀ। ਇਹਨਾਂ ਦੀ ਜ਼ਰੂਰਤ ਨਹੀਂ ਹੈ ਕਿ ਸੁਖਬੀਰ ਸਿੰਘ ਬਾਦਲ ਹੁਣੀ ਆਉਣ, ਜਾਂ ਬਿਕਰਮ ਸਿੰਘ ਮਜੀਠੀਆ ਆਵੇ, ਜਾਂ ਭਗਵੰਤ ਮਾਨ ਆਉਣ, ਜਾਂ ਜਿਹੜੇ ਅਸ਼ਵਨੀ ਸ਼ਰਮਾ ਆਉਣ, ਇਹੀ ਆ ਕੇ ਸਵਾਲ ਕਰਨ। ਸਵਾਲ ਤਾਂ ਮੀਡੀਆ ਨੇ ਇਹਨਾਂ ਨੂੰ ਐਕਸਪੋਜ਼ ਕਰਕੇ ਵੀ ਚੱਕਣੇ ਸੀ। ਲੇਕਿਨ ਅਨਫੋਰਚੂਨੇਟਲੀ ਉਹਨਾਂ ਦਾ ਵੀ, ਜੇ ਤੁਸੀਂ 4.5 ਸਾਲ ਦੇ ਵਿੱਚ ਰੋਲ ਦੇਖੋ, ਕਿਉਂਕਿ ਮੀਡੀਆ ਦੀ ਆਪਣੀ ਬੜੀ ਬੁਰੀ ਹਾਲਤ ਆ, ਤਨਖਾਹਾਂ ਉਹਨਾਂ ਨੂੰ ਨਹੀਂ ਮਿਲ ਰਹੀਆਂ, ਉਹਨਾਂ ਦੇ ਵਿੱਚ ਲੇ ਆਫਸ ਹੋ ਰਹੇ ਆ, ਕੋਈ ਉਹਨਾਂ ਦੇ ਕੰਟਰੈਕਟ ਜਾ ਰਹੇ ਆ, ਕੰਮ ਹੀ ਹੋ ਹੀ ਨਹੀਂ ਰਿਹਾ। ਇਸੇ ਕਰਕੇ ਇਹ ਜਿਹੜੀਆਂ ਪਾਰਟੀਆਂ ਸੋਚਦੀਆਂ ਜੋ ਮਰਜ਼ੀ ਕਰ ਲਓ, ਜੋ ਮਰਜ਼ੀ ਕਹਿ ਦੋ, ਲੋਕਾਂ ਨੇ ਤਾਂ ਯਕੀਨ ਕਰ ਹੀ ਲੈਣਾ। ਇਹ ਹਾਲਾਤ ਨੇ ਇਹਨਾਂ ਦੇ ਅਸਲੀ। ਅੱਛਾ ਕੈਪਟਨ ਸਾਹਿਬ, ਕਈ ਵਾਰ ਇਹ ਗੱਲ ਕਹਿੰਦੇ ਹੋਏ ਦੇਖੇ ਗਏ ਨੇ ਕਿ ਬਈ ਮੈਂ 500 ਵਾਅਦੇ ਮੈਨੀਫੈਸਟੋ ਦੇ ਵਿੱਚ ਕੀਤੇ ਸੀਗੇ, ਜਿਹਦੇ ਵਿੱਚੋਂ 485 ਵਾਅਦੇ ਪੂਰੇ ਕਰਤੇ ਨੇ, 15 ਕੁ ਵਾਅਦੇ ਰਹਿ ਗਏ ਨੇ, ਉਹ 1.5 ਕੁ ਮਹੀਨੇ ਦਾ ਕੰਮ ਹੈਗਾ ਤੇ ਆਪਾਂ ਕਰ ਦਾਂਗੇ। ਹੁਣ ਉਹ 485 ਜਿਹੜੇ ਵਾਅਦੇ ਪੂਰੇ ਕੀਤੇ ਨੇ, ਤੁਸੀਂ ਉਹ ਤੋਂ ਸੈਟੀਸਫਾਈਡ ਹੈਗੇ ਹੋ ਕਿ ਵਾਕਈ ਲੋਕ ਉਹਨਾਂ 485 ਵਾਅਦੇ ਪੂਰੇ ਹੋਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਲਹਿਰਾਂ ਬਹਿਰਾਂ ਆ ਗਈ ਹੈ, ਔਰ ਕਾਂਗਰਸ ਤੋਂ ਇੰਨੇ ਖੁਸ਼ ਨੇ ਕਿ ਉਹ ਕਾਂਗਰਸ ਨੂੰ ਵੋਟ ਪਾਉਣ ਦੀ ਸਿਰਫ ਵੇਟ ਹੀ ਕਰ ਰਹੇ ਨੇ? ਕਿ ਵਾਕਈ ਸਿਚੁਏਸ਼ਨ ਕਾਂਗਰਸ ਦੇ ਫੇਵਰ ਦੇ ਵਿੱਚ ਇਸ ਗੱਲ ਤੇ ਜਾਂਦੀ ਹੈ ਕਿ ਉਹਨਾਂ ਨੇ ਆਪਣੇ ਚੁਣਾਵੀ ਵਾਅਦੇ ਸਾਰੇ ਪੂਰੇ ਕਰਤੇ ਨੇ? ਰਾਜੀਵ ਜੀ, ਮੇਰੀ ਗੱਲ ਛੱਡੋ, ਮੈਂ ਸੈਟੀਸਫਾਈਡ ਹਾਂ ਜਾਂ ਨਹੀਂ ਹਾਂ। ਤੁਸੀਂ ਉਹਨਾਂ ਦੇ ਮੰਤਰੀ ਦੇਖ ਲਓ। ਇਹ ਜਿਹੜੇ ਮੰਤਰੀ ਦਿੱਲੀ ਭੱਜੇ ਫਿਰਦੇ ਆ, ਜਿਨ੍ਹਾਂ ਨੇ ਰਿਵੋਲਟ ਕੀਤੀ ਹੈ, ਜਿਹੜੀਆਂ ਸਟੇਟਮੈਂਟਸ ਦਿੰਦੇ ਆ, ਮੰਤਰੀ ਛੱਡੋ, ਐਮਐਲਏ ਦੇਖ ਲਓ। ਸਾਰੀ ਜਨਤਾ ਕਾਂਗਰਸ ਦੇ ਆਪਣੇ ਹੀ ਵਿਅਕਤੀ, ਚਲੋ ਆਪੋਜੀਸ਼ਨ ਤਾਂ ਕਵੇ ਤੁਸੀਂ ਵਾਅਦੇ ਨਹੀਂ ਪੂਰੇ ਕੀਤੇ, ਉਹੀ ਕਹਿ ਰਿਹਾ। ਤੇ ਇਸ ਤੋਂ ਵੱਡਾ ਪ੍ਰਮਾਣ ਆਪਾਂ ਨੂੰ ਕੀ ਚਾਹੀਦਾ ਕਿ ਵਾਅਦੇ ਇਹਨਾਂ ਨੇ ਪੂਰੇ ਨਹੀਂ ਕੀਤੇ? ਸਾਨੂੰ ਵੈਸੇ ਘਰ ਘਰ ਨੌਕਰੀ ਵੀ ਦਿੱਤੀ ਉਹਨਾਂ ਨੇ, ਕਰਜ਼ੇ ਵੀ ਕਿਸਾਨਾਂ ਦੇ ਮਾਫ ਹੋ ਗਏ। ਤੁਸੀਂ ਵੀ, ਤੁਹਾਡਾ ਵੀ ਪਿਛੋਕੜ ਕਿਸਾਨ ਪਰਿਵਾਰ ਤੋਂ ਹੈਗਾ, ਤੁਹਾਡੇ ਕਰਜ਼ੇ ਮਾਫ ਹੋਏ ਕਿ ਨਹੀਂ?
ਨਹੀਂ, ਮੇਰਾ ਤਾਂ ਰਾਜੀਵ ਜੀ ਕੀ, ਕਿਉਂਕਿ ਆਪਾਂ ਪਰਸਨਲ ਗੱਲ ਤੇ ਇੱਥੇ ਨਹੀਂ ਲੈਣੀ, ਕਿਉਂਕਿ ਵੈਸੇ ਵੀ ਮੈਂ ਕੋਈ ਕਰਜ਼ਾ ਲਿਆ ਨਹੀਂ ਸੀ। ਨਹੀਂ, ਮੈਂ ਤੇ ਸਿਰਫ ਉਹ ਗੱਲ ਪੁੱਛ ਰਿਹਾ ਕਿ ਕਿਸਾਨਾਂ ਦੇ ਕਰਜ਼ੇ ਮਾਫ ਹੋਏ। ਤੁਹਾਡੇ ਜਾਣਨ ਵਾਲੇ ਵੀ ਕਾਫੀ, ਫੈਮਿਲੀ ਦੇ ਵਿੱਚ ਵੀ ਕੁਝ ਲੋਕ ਹੋਣਗੇ ਜਿਨ੍ਹਾਂ ਦੇ ਕਰਜ਼ੇ ਮਾਫ ਹੋਏ ਹੋਣੇ। ਕੈਪਟਨ ਸਾਹਿਬ ਦੇ ਇਸ ਦਾਅਵੇ ਦੇ ਵਿੱਚ ਕਿੰਨਾ ਦਮ ਹੈ ਕਿ ਕਿਸਾਨਾਂ ਦੇ ਕਰਜ਼ੇ ਮਾਫ ਹੋ ਗਏ, ਘਰ ਘਰ ਨੌਕਰੀ ਚਲੀ ਗਈ? ਰਾਜੀਵ ਦੇਖੋ, ਦਾਅਵੇ ਜਿਹੜੇ ਹੁੰਦੇ ਆ ਖੋਖਲੇ ਹੁੰਦੇ ਆ। ਮੈਂ ਤੁਹਾਨੂੰ ਇਸੇ ਕਰਕੇ, ਯਾਰਡਸਟਿਕ ਸਾਡੇ ਕੋਲ ਕੀ ਆ? ਯਾਰਡਸਟਿਕ ਤੁਹਾਡੇ ਤੋਂ ਇਸ ਤੋਂ ਵੱਡਾ ਪ੍ਰਮਾਣ ਤੁਹਾਨੂੰ ਕੀ ਚਾਹੀਦਾ ਕਿ ਇੱਕ ਚਾਹੇ ਪ੍ਰਤਾਪ ਬਾਜਵਾ ਹੋਵੇ, ਸੁਨੀਲ ਜਾਖੜ ਹੋਣ, ਜਾਂ ਇਸ ਤੋਂ ਇਲਾਵਾ ਤੁਸੀਂ ਦੇਖੋ ਆਪਣੇ ਨਵਜੋਤ ਸਿੰਘ ਸਿੱਧੂ ਹੋਣ, ਜਾਂ ਹੋਰ ਤਮਾਮ ਲੀਡਰ, ਸੁਖਜਿੰਦਰ ਸਿੰਘ ਰੰਧਾਵਾ ਹੋਣ, ਸੁਖ ਸਰਕਾਰੀਆ ਹੋਣ, ਜਦੋਂ ਇਹ ਮੰਤਰੀ ਬੋਲ ਰਹੇ ਹੋਣ, ਉਸ ਤੋਂ ਬਾਅਦ MLA ਬੋਲ ਰਹੇ ਹੋਣ, ਤੇ ਫਿਰ ਬਾਕੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰਮਾਣ ਚਾਹੀਦਾ, ਦਾਅਵਿਆਂ ਦੀ ਕੋਈ ਚਾਹੀਦਾ ਕਿ ਇਹਦਾ ਸਾਨੂੰ ਕੋਈ ਸਬੂਤ ਦਿਓ। ਇਹ ਤਾਂ ਆਪਣੇ ਆਪ, ਜਦੋਂ ਹਾਈ ਕਮਾਂਡ ਕਹਿ ਰਹੀ ਹੋਵੇ ਕਿ ਤੁਸੀਂ ਜਾ ਕੇ 18 ਨੁਕਾਤੀ ਤੁਸੀਂ ਪ੍ਰੋਗਰਾਮ, ਆ ਜਿੰਨੀਆਂ ਤੁਸੀਂ ਗੱਲਾਂ ਕੀਤੀਆਂ, ਉਹ 18 ਨੁਕਾਤੀ ਜਿਹੜਾ ਪ੍ਰੋਗਰਾਮ ਹੈ ਇਹਨਾਂ ਦਾ, ਜਿਹੜਾ ਉਹਨਾਂ ਨੇ ਲਾਗੂ ਕਰਨਾ ਅਗਲੇ 7-8 ਮਹੀਨਿਆਂ 'ਚ, ਉਹ ਪੜ੍ਹ ਲਓ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਕਿ ਇਹ ਤਾਂ ਸਾਰਾ ਕੁਝ ਇੱਥੇ ਤੱਕ ਲਾਗੂ ਹੀ ਨਹੀਂ ਹੋਇਆ। ਸੋ ਇਹ ਕਿਹੜੇ ਦਾਅਵੇ 485 ਜਿਹੜੇ ਹੈਗੇ ਉਹ ਜਰਾ ਗਿਣਾ ਦੇਣ। ਕਦੇ ਉਹਨਾਂ ਨੂੰ, ਮੈਨੂੰ ਲੱਗਦਾ 485 ਇਕੱਲੇ 85 ਨਹੀਂ ਗਿਣਾ ਸਕਦੇ। ਇਹ ਸਿਰਫ ਜਿਹੜੀਆਂ ਗੱਲਾਂ ਲੋਕਾਂ ਨੂੰ ਇੰਨਾ ਭ੍ਰਮਿਤ ਕਰ ਦੋ, ਇੰਨਾ ਉਹਨਾਂ ਨੂੰ ਕਨਫਿਊਜ਼ ਕਰ ਦੋ ਕਿ ਉਹਨਾਂ ਨੂੰ ਭੁੱਲ ਹੀ ਜਾਵੇ ਕਿ ਅਸਲੀ ਮੁੱਦੇ ਕੀ ਹੈ, ਕਿ ਅਸਲੀ ਗੱਲ ਕੀ ਹੈ। ਸੋ ਇਹੀ ਇਹਨਾਂ ਪੋਲੀਟੀਸ਼ੀਅਨਸ ਦਾ ਕੰਮ ਆ। ਇਸੇ ਕਰਕੇ ਇਹਨਾਂ ਦੀ ਸਕਰੂਟਨੀ ਜਿਹੜਾ ਰਿਵੋਲਟ ਹੋਈ ਆ ਕਾਂਗਰਸ ਦੇ ਵਿੱਚ, ਇਸੇ ਕਰਕੇ ਹੋਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਝੂਠ ਬੋਲ ਰਹੇ ਨੇ, ਉਹ ਸਹੀ ਗੱਲ ਨਹੀਂ ਕਰ ਰਹੇ। ਇਸੇ ਕਰਕੇ ਜਿਹੜੇ ਉਹਨਾਂ ਦੇ ਮੰਤਰੀ ਆ, ਜਿਹੜੇ ਉਹਨਾਂ ਦੇ ਖਾਸ ਮੰਤਰੀ ਉਹਨਾਂ ਦੇ ਨਾਲ ਰਹੇ ਆ, ਉਹ ਵੀ ਉਹਨਾਂ ਦੇ ਖਿਲਾਫ ਹੋ ਗਏ ਆ। ਤੇ ਇਸੇ ਕਰਕੇ ਹਾਈ ਕਮਾਂਡ ਉਹਨਾਂ ਨੂੰ ਬਾਰ-ਬਾਰ ਦਿੱਲੀ ਬੁਲਾ ਕੇ ਉਹਨਾਂ ਨੂੰ ਸਮਝਾਉਂਦੀ ਹੈ ਕਿ ਜੇ ਤੁਸੀਂ ਇਹ ਕੰਮ ਨਾ ਕੀਤੇ ਤਾਂ ਹੋ ਸਕਦਾ ਅਸੀਂ ਤੁਹਾਨੂੰ ਬਾਹਰ ਦਾ ਰਾਹ ਦਿਖਾਉਣਾ ਪਵੇ, ਸਾਨੂੰ ਕਿਸੇ ਹੋਰ ਵਿਅਕਤੀ ਨੂੰ ਲਿਆਉਣਾ ਪਵੇ। ਜੀ, ਤੁਸੀਂ ਭਾਜਪਾ ਦੀ ਵੀ ਗੱਲ ਕੀਤੀ, ਤੁਸੀਂ ਅਕਾਲੀ ਦਲ ਦੀ ਵੀ ਗੱਲ ਕੀਤੀ, ਬਸਪਾ ਨੂੰ ਵੀ ਥੋੜਾ ਜਿਹਾ ਡਿਸਕਸ ਕੀਤਾ, ਔਰ ਕਾਂਗਰਸ ਦੇ ਵਿੱਚ ਮਚੇ ਹੋਏ ਘਮਾਸਾਨ ਦੀ ਵੀ ਗੱਲ ਕੀਤੀ। ਇੱਥੇ ਆਮ ਆਦਮੀ ਪਾਰਟੀ ਜਿਹੜੀ ਪਿੱਛੇ 300 ਯੂਨਿਟ ਫ੍ਰੀ ਦੇਣ ਦਾ ਵਾਅਦਾ ਪੰਜਾਬ ਦੇ ਲੋਕਾਂ ਨੂੰ ਕਰਕੇ ਮੁੱਖ ਮੰਤਰੀ ਕੇਜਰੀਵਾਲ ਚਲੇ ਗਏ ਸੀਗੇ, ਉਹਨਾਂ ਦਾ ਕੀ ਪੋਜੀਸ਼ਨ ਹੈਗਾ? ਗਰਾਊਂਡ ਤੇ ਕਹਿੰਦੇ ਆ ਹੁਣ ਕਾਫੀ ਸਟਰੋਂਗ ਹੋਈ ਜਾਂਦੀ ਹੈ ਆਮ ਆਦਮੀ ਪਾਰਟੀ। ਮੈਨੂੰ ਨਹੀਂ ਪਤਾ ਰਾਜੀਵ, ਤੁਹਾਨੂੰ ਇਹ ਜਿਹੜੇ ਗਰਾਊਂਡ ਤੇ ਕਹਿੰਦੇ ਕਿਸੇ ਸਰਵੇ ਤੋਂ ਰਿਪੋਰਟ ਆ ਰਹੀ ਹੈ ਜਾਂ ਕਿੱਥੋਂ ਆ ਰਹੀ ਹੈ? ਹਾਲਾਤ ਇਹ ਨੇ ਆਮ ਆਦਮੀ ਪਾਰਟੀ ਦੇ, ਤੁਸੀਂ ਦੇਖੋ ਕਿ 20 ਇਹਨਾਂ ਦੇ MLA ਚੁਣੇ ਸੀ ਪਹਿਲਾਂ। ਖੈਰ ਇਹ ਬੈਂਸ ਬ੍ਰਦਰਸ ਦੇ ਨਾਲ ਵੀ ਭਾਈਵਾਲ ਸੀ, ਖੈਰ ਉਹ ਤਾਂ ਇਹਨਾਂ ਨਾਲ ਟੁੱਟ ਗਏ, ਠੀਕ ਹੈ ਜੀ। ਜਿਹੜੇ ਲੁਧਿਆਣੇ 2 MLA ਸੀਗੇ, ਹੁਣ ਰਹਿ ਗਏ ਹਰਵਿੰਦਰ ਸਿੰਘ ਫੂਲਕਾ ਬਾਰੇ ਯਾਦ ਕਰੋ, ਜਿਹੜੇ ਪਹਿਲੇ ਆਪੋਜੀਸ਼ਨ ਲੀਡਰ ਇਹਨਾਂ ਦੇ ਬਣੇ ਸੀ ਵਿਧਾਨ ਸਭਾ ਦੇ ਵਿੱਚ। ਉਹਨਾਂ ਨੂੰ ਤਕਨੀਕੀ ਕਾਰਨਾਂ ਕਰਕੇ ਪਾਰਟੀ ਤੋਂ ਵੱਖਰੇ ਹੋਣਾ ਪਿਆ, ਰਹਿ ਗਏ 19 ਚ। ਹੁਣ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ 6 ਇਸ ਤਰ੍ਹਾਂ ਦੇ ਵਿਧਾਇਕ ਆ ਜਿਨ੍ਹਾਂ ਨੂੰ ਨੋਟਿਸ ਗਏ ਹੋਏ ਆ, ਉਹ ਰਹਿ ਗਏ ਤੁਹਾਡੇ 13 ਦੇ ਵਿੱਚੋਂ 5 ਹੋਰ ਲਾ ਲਓ ਜਿਹੜੇ ਨਾਰਾਜ਼, ਜਿਵੇਂ ਕੰਵਰ ਸੰਧੂ ਵਰਗੇ, ਉਹਨਾਂ ਨੂੰ ਸਸਪੈਂਡ ਕੀਤਾ ਹੋਇਆ। ਕਹਿਣ ਦਾ ਮਤਲਬ ਆਮ ਆਦਮੀ ਪਾਰਟੀ ਦਾ ਤੁਸੀਂ ਪਿਛੋਕੜ ਦੇਖ ਲਓ, ਇਤਿਹਾਸ ਦੇਖ ਲਓ। ਅੱਛਾ, ਕਦੇ ਵੀ ਆਪਣੇ MPs ਨੂੰ, ਕਦੇ ਵੀ ਆਪਣੇ MLAs ਨੂੰ ਇਹ ਜੋੜ ਕੇ ਨਹੀਂ ਰੱਖ ਸਕਦੇ। ਗੱਲਾਂ ਕਰਦੇ ਆ ਡੈਮੋਕ੍ਰੇਸੀ ਦੀਆਂ, ਗੱਲਾਂ ਕਰਦੇ ਆ ਲੋਕਤੰਤਰ ਦੀਆਂ ਕਿ ਸਾਡੇ ਦੇ ਅੰਦਰ ਬਹੁਤ ਡੈਮੋਕ੍ਰੇਸੀ ਹੈ। ਕਿਸੇ ਤਰ੍ਹਾਂ ਦੀ ਕੋਈ ਡੈਮੋਕ੍ਰੇਸੀ ਨਹੀਂ ਹੈ। ਜੇ ਕੋਈ ਸਵਾਲ ਕਰਦਾ ਉਹਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ। 4 MP ਪੰਜਾਬ ਨੇ ਸਨ 2014 ਚ ਚੁਣੇ ਸੀ, ਔਰ ਇੱਕ ਤਰ੍ਹਾਂ ਦੀ ਨੇਰੀ ਆ ਗਈ ਸੀ ਕਿ ਦੇਖੋ ਪੰਜਾਬ ਨੇ 4 MP ਪਹਿਲੀ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣ ਕੇ ਭੇਜੇ ਨੇ ਲੋਕ ਸਭਾ ਦੇ ਵਿੱਚ। ਉਹਨਾਂ ਚੋਂ ਕਿੰਨੇ ਬੈਠੇ ਨੇ? ਸਿਰਫ ਇੱਕ ਭਗਵੰਤ ਮਾਨ ਨੂੰ ਛੱਡ ਕੇ ਜਿਹੜੇ ਪ੍ਰਧਾਨ ਬਣੇ ਹੋਏ ਨੇ, ਬਾਕੀ ਤਾਂ ਦਿਨ ਘਰੇ ਬੈਠੇ ਨੇ। ਉਹਨਾਂ ਨਾਲ ਨਾਰਾਜ਼ਗੀ ਹੋ ਗਈ। ਉਸ ਤੋਂ ਬਾਅਦ MLA ਆਏ, ਉਹਨਾਂ ਨੂੰ ਘਰੇ ਬਿਠਾਤਾ ਚੁੱਪ ਕਰਕੇ। ਯਾਨੀ ਇੰਨਾ ਕੁ ਜਿਹੜਾ ਅੰਦਰਲਾ ਅੰਦਰੂਨੀ ਢਾਂਚਾ ਆਮ ਆਦਮੀ ਪਾਰਟੀ ਦਾ ਵਿਗੜਿਆ ਹੋਇਆ। ਬਾਰ-ਬਾਰ ਉਹ ਕਹਿੰਦੇ ਨੇ ਕਿ ਸਾਨੂੰ ਖੁਦਮੁਖਤਿਆਰੀ ਦਿਓ, ਸਾਨੂੰ ਆਪਣੇ ਅਕਾਊਂਟਸ ਮੈਨੇਜ ਕਰਨ ਦਿਓ, ਸਾਨੂੰ ਆਪਣੀਆਂ ਗੱਲਾਂ ਕਰਨ ਦਿਓ। ਆ ਤੁਸੀਂ 2 ਐਗਜ਼ਾਮਪਲਸ ਮੈਂ ਤੁਹਾਨੂੰ ਦਊਂਗਾ ਰੀਸੈਂਟ। ਕੁੰਵਰ ਵਿਜੇ ਪ੍ਰਤਾਪ ਸਿੰਘ, ਤਾਂ ਉੱਥੋਂ ਜਾ ਕੇ ਉੱਥੋਂ ਅਨਾਉਂਸਮੈਂਟ ਹੁੰਦੀ ਹੈ, ਇੱਥੋਂ ਦੇ ਪ੍ਰਧਾਨਗੀ ਦਾ ਜਿਹੜਾ ਹੈਗਾ ਪ੍ਰਧਾਨ ਭਗਵੰਤ ਮਾਨ, ਉਹਨਾਂ ਦਾ ਕੋਈ ਰੋਲ ਹੀ ਨਹੀਂ ਹੁੰਦਾ। ਉਸ ਤੋਂ ਬਾਅਦ ਜਦੋਂ ਬਿਜਲੀ ਦੀ ਅਨਾਉਂਸਮੈਂਟ ਹੁੰਦੀ ਹੈ ਕਿ ਅਸੀਂ 300 ਯੂਨਿਟ ਦੇਵਾਂਗੇ ਜਾਂ 24 ਘੰਟੇ ਬਿਜਲੀ ਮੁਫਤ ਦੇਵਾਂਗੇ, ਉਹ ਆ ਕੇ ਅਰਵਿੰਦ ਕੇਜਰੀਵਾਲ ਕਰਦੇ ਆ। ਜੇ ਸਾਰਾ ਕੰਮ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਕਰਨਾ, ਤੇ ਫਿਰ ਇੱਥੇ ਜਿਹੜਾ ਪ੍ਰਧਾਨ ਆ ਉਸ ਦਾ ਕੀ ਕੰਮ ਆ? ਸੋ ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਇਹ ਬਿਲਕੁਲ ਕਨਫਿਊਜ਼ ਆ, ਔਰ ਇਸ ਵਾਰੀ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਵੀ ਨਹੀਂ ਆ। ਇਸ ਕਰਕੇ ਤੁਸੀਂ ਅਕਸਰ ਦੇਖਿਆ ਹੋਣਾ ਇਸ ਟਾਈਮ ਜਿਹੜਾ ਸਿੱਧਾ ਟਕਰਾਅ ਚੱਲ ਰਿਹਾ ਉਹ ਕਾਂਗਰਸ ਤੇ ਅਕਾਲੀਆਂ ਦੇ ਵਿੱਚ ਚੱਲ ਰਿਹਾ। ਭਾਜਪਾ ਵੀ ਕਿਸੇ ਪਾਸੇ ਨਹੀਂ ਖੜੀ ਹੈ। ਆਉਣ ਵਾਲੇ ਦਿਨਾਂ 'ਚ ਆਮ ਆਦਮੀ ਪਾਰਟੀ ਰਿਵਾਈਵ ਕਰ ਜੇ, ਕੋਈ ਇਹਨਾਂ ਨੂੰ ਕੋਈ ਚੰਗੀ ਸੇਧ ਮਿਲ ਜੇ, ਉਸ ਬਾਰੇ ਆਪਾਂ ਕਹਿ ਨਹੀਂ ਸਕਦੇ। ਲੇਕਿਨ ਅੱਜ ਦੀ ਤਰੀਕ 'ਚ ਮੇਰੇ ਮੁਤਾਬਿਕ ਇਹਨਾਂ ਨੂੰ 5 ਸੀਟਾਂ ਵੀ ਆਉਣੀਆਂ ਮੁਸ਼ਕਿਲ ਆ। ਚਲੋ 5 ਸੀਟਾਂ ਵੀ ਨਹੀਂ ਆਣੀਆਂ। ਕਾਂਗਰਸ ਦੇ ਵਿੱਚ ਰਫੜ ਪਿਆ ਹੋਇਆ। ਬਸਪਾ ਤੇ ਅਕਾਲੀ ਦਲ ਆਪਣੇ ਅਲਾਈਅੰਸ ਨੂੰ ਹਜੇ ਹਨੀਮੂਨ ਪੀਰੀਅਡ ਦੇ ਵਿੱਚ ਇੰਜੋਏ ਕਰ ਰਿਹਾ।
ਦੂਜੇ ਪਾਸੇ ਜਿਹੜੀ ਉਹ ਢੀਂਡਸਾ ਸਾਹਿਬ ਅਕਾਲੀ ਦਲ ਛੱਡ ਕੇ ਗਏ ਸੀ, ਉਹਨਾਂ ਦਾ ਕੀ ਗੇਮ ਪਲਾਨ ਲੱਗਦਾ ਹੈ, ਖਾਸ ਕਰਕੇ 2022 ਦੀ ਚੋਣਾਂ ਨੂੰ ਲੈ ਕੇ? ਢੀਂਡਸਾ ਸਾਹਿਬ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਪਹਿਲਾਂ ਆਪਣਾ ਉਹਨਾਂ ਨੇ ਪੋਲੀਟੀਕਲ ਪਾਰਟੀ ਬਣਾਈ, ਰਣਜੀਤ ਸਿੰਘ ਬ੍ਰਹਮਪੁਰਾ ਉਹਨਾਂ ਨੇ ਆਪਣੀ ਬਣਾਈ, ਹੁਣ ਆਪਸ ਚੋਂ ਇਕੱਠੇ ਉਹਨਾਂ ਨੇ ਮਰਜ ਹੋ ਕੇ ਆਪਣਾ ਇੱਕ ਦਲ ਬਣਾ ਲਿਆ। ਮੈਨੂੰ ਲੱਗਦਾ ਨਹੀਂ ਕਿ ਉਸ ਸਵਾਏ ਉਹ ਵੋਟਾਂ ਤੋੜਨ ਤੋਂ ਕੋਈ ਮੇਜਰ ਫੋਰਸ ਆ ਜਿਹੜੀ ਉਹ ਬਣ ਕੇ ਕਦੇ ਵੀ ਜਿਹੜੀ ਦੂਸਰੀ ਜਾਂ ਤੀਸਰੀ ਧਿਰ ਇੱਥੇ ਬਣਦੀ ਹੈ ਇਸ ਤਰ੍ਹਾਂ ਦੀ, ਤੁਸੀਂ ਇਤਿਹਾਸ ਚੱਕ ਕੇ ਦੇਖ ਲਓ, ਬਹੁਤ ਜ਼ਿਆਦਾ ਕਾਮਯਾਬ ਨਹੀਂ ਹੁੰਦੀ। ਕਿਤੇ ਨਾ ਕਿਤੇ ਜਿਹੜੇ ਸਪੈਸ਼ਲ ਸਰਕਮਸਟੈਂਸਿਸ ਆ ਉੱਥੇ ਜਾ ਕੇ ਇਹਨਾਂ ਨੂੰ, ਜਿਹੜੇ ਕੋਈ ਖਾਸ ਸਰਕਮਸਟੈਂਸਿਸ ਆ ਜਾਂਦੇ ਆ, ਉੱਥੇ ਜਾ ਕੇ ਹੀ ਇਹਨਾਂ ਨੂੰ ਕਾਮਯਾਬੀ ਮਿਲਦੀ ਆ। ਅਦਰਵਾਈਜ਼ ਅੱਜ ਦੇ ਹਾਲਾਤਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਇਸ ਗਰੁੱਪ ਨੂੰ, ਇਸ ਦਲ ਨੂੰ ਕਿਸੇ ਤਰ੍ਹਾਂ ਦੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਸ ਵਕਤ ਕੋਈ ਹਮਾਇਤ ਮਿਲੇਗੀ ਜਾਂ ਸਪੋਰਟ ਮਿਲੇਗੀ, ਲੱਗ ਬਿਲਕੁਲ ਨਹੀਂ ਰਿਹਾ। ਲੇਕਿਨ ਕੱਲ ਨੂੰ ਕੀ ਹੁੰਦਾ ਕੋਈ ਪਤਾ ਕਹਿ ਨਹੀਂ ਸਕਦੇ ਜੀ। ਦੇਖੋ, ਤੁਸੀਂ ਤਕਰੀਬਨ ਸਾਰੀ ਪੋਲੀਟੀਕਲ ਪਾਰਟੀਆਂ ਦੀ ਕਰੰਟ ਪੋਲੀਟੀਕਲ ਸਿਚੁਏਸ਼ਨ ਦੇ ਉੱਤੇ ਗੱਲ ਕੀਤੀ, ਪਰ ਇਸ ਸਾਰੀ ਗੱਲਾਂ ਦੇ ਵਿੱਚੋਂ ਜਿਹੜੀ ਗੱਲ ਨਿਕਲ ਕੇ ਆਈ ਹੈ ਉਹ ਇਹੀ ਹੈ ਕਿ ਵੀ ਪੋਲੀਟੀਕਲ ਟਸਲ ਕਹਿ ਲਓ, ਪੋਲੀਟੀਕਲ ਗੁੰਝਲ ਕਹਿ ਲਓ, ਉਹ ਪਿਆ ਹੋਇਆ। ਔਰ 2022 ਉਸ ਤੋਂ ਪਹਿਲੇ 6 ਮਹੀਨੇ ਪਹਿਲੇ ਜਾਂ 4 ਮਹੀਨੇ ਪਹਿਲੇ ਬਹੁਤ ਸਾਰੇ ਲੋਕ ਇੱਧਰ ਉੱਧਰ, ਕੋਈ ਇਹ ਪਾਰਟੀ ਛੱਡ ਕੇ ਕੋਈ ਉੱਥੇ ਜਾਏਗਾ, ਕੋਈ ਉਹ ਪਾਰਟੀ ਛੱਡ ਕੇ ਕੋਈ ਇੱਥੇ ਆਏਗਾ। ਉਸ ਤੋਂ ਬਾਅਦ ਸਟੇਜ ਸਜਣੀ ਹੈ। ਪਰ ਚਲੋ, ਜਦੋਂ ਤੱਕ ਸਟੇਜ ਨਹੀਂ ਸਜਦੀ ਤਦ ਤੱਕ ਅਸੀਂ ਪੋਲੀਟੀਕਲ ਸਪੈਕੂਲੇਸ਼ਨ ਦੇ ਉੱਤੇ ਗੱਲ ਕਰਦੇ ਰਵਾਂਗੇ। ਔਰ ਅਕਸਰ 15 ਦਿਨ, ਮਹੀਨੇ ਦੇ ਵਿੱਚ 5 ਦਿਨਾਂ ਦੇ ਵਿੱਚ ਰਾਜਨੀਤਿਕ ਸਿਚੁਏਸ਼ਨ ਪੰਜਾਬ ਦੀ ਲਗਾਤਾਰ ਚੇਂਜ ਹੋ ਰਹੀ ਹੈ। ਔਰ ਇਹ ਬੜੀ ਇੰਟਰਸਟਿੰਗ ਗੱਲ ਹੈਗੀ ਹੈ ਕਿ 7-8 ਮਹੀਨੇ ਇੰਨੀ ਸਰਗਰਮੀਆਂ ਜਿਹੜੀ 2022 ਦੇ ਵਿੱਚ ਚੋਣਾਂ ਹੋ ਰਹੀਆਂ, ਉਹਦੇ ਵਿੱਚ ਰੋਜ਼ ਕੋਈ ਨਵੀਂ ਖਬਰ ਪੜ੍ਹਨ ਨੂੰ ਮਿਲ ਰਹੀ ਹੈ, ਫਲਾਣਾ ਵਿਅਕਤੀ ਇਸ ਪਾਰਟੀ ਜਾ ਸਕਦਾ ਹੈ। ਪਹਿਲੇ ਤਾਂ ਹੁੰਦਾ ਸੀ ਵੀ ਚਲਾ ਗਿਆ, ਅੱਜ ਕੱਲ੍ਹ ਜਾ ਸਕਦਾ ਹੈ ਦੀ ਗੱਲ ਚੱਲਦੀ ਹੈ। ਔਰ ਫਿਰ ਬਾਅਦ ਚੋਂ ਜਦ ਉਹ ਨਹੀਂ ਹੁੰਦਾ, ਉਹਦਾ ਕਾਰਨ, ਉਹਦਾ ਦੋਸ਼ੀ ਮੀਡੀਆ ਨੂੰ ਪਾਇਆ ਜਾਂਦਾ ਵੀ ਮੀਡੀਆ 'ਚ ਗੱਲ ਲੀਕ ਹੋ ਗਈ, ਇਸ ਕਰਕੇ ਨਹੀਂ ਗਿਆ। ਚਲੋ ਮਨਪ੍ਰੀਤ, ਇਹ ਸਾਰੀ ਗੱਲਾਂ ਹੁੰਦੀ ਰਹਾਂਗੀ ਔਰ ਅਸੀਂ ਵੀ ਇਸ ਗੱਲਾਂ ਦੇ ਉੱਤੇ, ਇੱਦਾਂ ਦੀ ਗੱਲਾਂ ਦੇ ਉੱਤੇ ਆਪਣੀ ਨਜ਼ਰ ਬਣਾ ਕੇ ਰੱਖਾਂਗੇ। ਔਰ ਬਾਰ-ਬਾਰ, ਕਈ ਵਾਰ ਇਹਨਾਂ ਮੁੱਦਿਆਂ ਨੂੰ ਲੋਕਾਂ ਤੱਕ ਆਪਣੀ ਡਿਸਕਸ਼ਨ ਦੇ ਰਾਹੀਂ ਪਹੁੰਚਾਵਾਂਗੇ ਵੀ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਰਾਜੀਵ ਜੀ।